ਮੈਨੂੰ ਬਣਾ ਦੇ। ਮੈਂ ਬਲੈਂਕਟ 12 ਬਣਾ ਚੁੱਕੀ ਆ ਔਰ 6 ਫੁੱਟ 6.5 ਫੁੱਟ ਲੰਬੇ ਔਰ 5.5 ਫੁੱਟ मैं 6 ਚੌੜੇ। बनाए मैं 6 बनाए ਹਾਂ ਨਹੀਂ आगे बारियां लगी ਮੈਂ ਹੁਣ ਟੋਰਾਂਟੋ ਜਾ ਕੇ 5 ਬਲੈਂਕਟ ਦੇ ਕੇ ਆਈ ਆ ਟੋਰਾਂਟੋ। तो आंटी तो अपने पूरी country सारे wide- बच्चियां नु वंड के आई हैं। कंट्री वाइड बना रही है। और आंटी आपको अब मास्क इतना बना रहे नहीं रहे हो तो आप अब क्या कर रहे हो? मैं तो वैसे शुरू तो ही मेरी शुरू लाइफ तो बहुत busy बिजी है। रही है जी रहे हो आप। ਕਿਉਂਕਿ ਪਹਿਲਾਂ ਮੇਰੇ ਇਹ ਪੋਤਾ ਪੋਤੀ ਛੋਟੇ ਸੀਗੇ ਇਹਨਾਂ ਦੇ ਮੈਂ ਘਰ ਹੀ ਸ਼ੁਰੂ ਤੋਂ ਨਹਾਉਣ ਤੋਂ ਲੈ ਕੇ ਸਿਰ ਵਾਉਣਾ ਤਾਂ ਇਹਨਾਂ ਦੇ ਕੱਪੜੇ ਪਾਉਣੇ, ਫਿਰ ਸਕੂਲ ਜਾਣ ਲੱਗਾ ਛੱਡਣ ਜਾਣਾ, ਫਿਰ ਲੈਣ ਜਾਣਾ, ਫਿਰ ਇਹਨਾਂ ਦਾ ਖਾਣਾ ਖੂਣਾ ਬਣਾਉਣਾ, ਸਭ ਕੁਝ ਕਰਨਾ, ਫਿਰ ਹੋਮਵਰਕ ਕਰਾਉਣਾ, ਫਿਰ ਮਤਲਬ ਸਿਰ ਨੂੰ ਫਿਰ ਤਿਆਰ ਕਰਨਾ, ਫਿਰ ਨਾਲ ਨਾਲ ਰਿਵੀਜ਼ਨ ਕਰਾਉਣੀ, ਨਾਲ ਨਾਲ ਪਰੌਂਠੀ ਨਾਲ ਨਾਲ ਖਵਾਈ ਜਾਣੀ। ਸੋ ਬਹੁਤ ਬਿਜ਼ੀ ਲਾਈਫ ਰਹੀ ਹੈ। ਤੇ ਬਾਕੀ ਜਿੱਦਾਂ ਮੈਨੂੰ ਸੀਣ ਦਾ ਬਹੁਤ ਸ਼ੌਕ ਹੈ, ਮੈਂ ਆਪਣੇ ਕੱਪੜੇ ਆਪ ਹੀ ਸੀਨੀ ਆ। ਤੇ ਮੇਰੀਆਂ ਅਸੀਂ 3 ਸਿਸਟਰਸ ਹੈ ਤੇ ਉਹਨਾਂ ਦੇ ਬੱਚੇ ਵੀ ਛੋਟੇ ਸੀ, ਉਹਨਾਂ ਲਈ ਸਵੈਟਰ ਬਣਾਉਣੇ ਜਾਂ ਉਹਨਾਂ ਦੇ ਫਰੋਕਸ ਵਗੈਰਾ ਬਣਾਉਣੀਆਂ ਜਾਂ ਕੁਛ ਵੀ ਪਜਾਮੇ ਬਣਾਉਣੇ, ਨਾਈਟ ਸੂਟ ਬਣਾਉਣੇ, ਮੈਂ ਆਪ ਹੀ ਸਾਰਾ ਕੁਝ ਕਰਦੀ ਰਹੀ। ਤੇ ਇਸ ਲਈ ਬਹੁਤ ਬਿਜ਼ੀ ਰਹਿੰਦੀ ਸੀ, ਬਿਜ਼ੀ ਰਹੀ ਹਾਂ ਕਿਉਂਕਿ ਜਿਹਨੂੰ ਵੀ ਲੋੜ ਪਈ ਮਾਸੀ ਜੀ ਮੇਰਾ ਆਹ ਬਣਾ ਦਿਓ, ਭੈਣ ਜੀ ਮੇਰਾ ਆਹ ਸੀ ਦਿਓ। ਸੋ ਇਸ ਲਈ ਦਾ ਬਿਜ਼ੀ ਰਹੀ ਬਹੁਤ ਲਾਈਫ। ਇਹ ਫੈਮਿਲੀ 'ਚ ਰਹਿੰਦੇ ਆ ਨਾ, ਅਸੀਂ ਕੱਲੀਆਂ ਰਹਿੰਦੇ ਆ, ਅਸੀਂ ਆਜ਼ਾਦ ਪੰਛੀ ਆ। ਆਜ਼ਾਦ ਪੰਛੀ ਆ, ਅਸੀਂ ਆਪਣੀ ਮਰਜ਼ੀ ਦਾ ਖਾਂਦੇ ਬਣਾਉਂਦੇ ਆ, ਸਾਨੂੰ ਕੋਈ ਫਿਕਰ ਨਹੀਂ ਹੈ। ਆਜ਼ਾਦੀ 'ਚ ਕੋਈ ਫਰਕ ਨਹੀਂ ਹੈਗਾ। ਨਹੀਂ ਫਰਕ ਨਹੀਂ, ਮੇਰਾ ਮਤਲਬ ਕਿ ਤੁਸੀਂ ਫੈਮਿਲੀ 'ਚ ਰਹਿੰਦੇ ਤਾਂ ਬਿਜ਼ੀ ਹੋ ਤੇ ਅਸੀਂ ਕੱਲੀਆਂ ਰਹਿੰਦੀਆਂ, ਅਸੀਂ ਬਿਜ਼ੀ ਨਹੀਂ, ਅਸੀਂ ਨਵੇਂ ਤੋਂ ਨਵੇਂ ਸੋਚਾਂ ਸੋਚਦੇ ਰਹਿੰਦੇ ਹਾਂ ਵੀ ਫੈਮਿਲੀ 'ਚ ਵੀ ਭਾਵੇਂ ਰਹਿਣੀ ਭੈਣ ਜੀ, ਪਰ ਫਿਰ ਵੀ ਮੈਨੂੰ ਕਦੇ ਮੇਰੇ ਨਾ ਬੇਟੇ ਨੇ ਨਹੀਂ, ਉਹ ਗੱਲ ਨਾ ਨਹੀਂ ਕਦੇ ਹੁੰਦੀ। ਨਹੀਂ ਵੈਸੇ नहीं मैं कुछ करती किया हूँ। भी ना वैसे पर करती फिर है, भी भी बिजी ना रहे फिर भी, हाँ। हैं साडे कोल busy ਹੁਣ ਅਸੀਂ गुस्सा ਜਦੋਂ तो नहीं ਬੱਚਿਆਂ 'ਚ कोई ਰਹਿੰਦੇ ਸੀ ਅਸੀਂ ਵੀ ਬਿਜ਼ੀ ਰਹਿੰਦੇ ਸੀ ਇਸੇ ਤਰ੍ਹਾਂ ਸਾਡੇ ਕੋਲ ਹੀ। ਸਾਧਨ ਹੀ ਕੋਈ ਨਹੀਂ ਬਿਜ਼ੀ ਹਾਂਜੀ। ਹੋਣਾ। ਮੈਂ ਵੈਸੇ ਗੱਲ ਕਰਦੀ ਹਾਂ ਹਾਂਜੀ ਵੀ ਮੇਰੀ ਨਾ ਡਾਕਟਰ ਨੇ ਅੱਜ ਤੱਕ ਕਦੇ ਨਹੀਂ ਮੈਨੂੰ ਕਿਹਾ ਵੀ ਤੁਸੀਂ ਇੱਥੇ ਜਾਣਾ ਆ, ਇੱਥੇ ਨਹੀਂ ਜਾਣਾ। ਜਦੋਂ ਮੈਂ ਉਹਨੂੰ ਦੱਸਾਂ ਵੀ ਮੈਂ ਜਾਣਾ, ਤੁਸੀਂ ਮੇਰੀ ਹੈਲਪ ਕਰ ਸਕਦੇ, ਤਾਂ ਉਹਨਾਂ ਨੇ ਕੋਈ ਨਾ ਕੋਈ ਇੰਤਜ਼ਾਮ ਕਰ ਦੇਣਾ। ਨਹੀਂ ਤਾਂ ਮੈਂ ਆਪ ਹੀ, ਮੇਰੇ ਕੋਲ ਬੱਸ ਪਾਸ ਹੈਗਾ ਆ, ਹੈਂਡੀ ਡਾਟ ਹੈਗੀ ਆ ਜਿਹੜੀ ਡੈਲਟਾ ਵਾਲੀ ਬੱਸ ਹੈਗੀ, ਉਹ ਸਾਨੂੰ ਘਰੋਂ ਆ ਕੇ ਲੈ ਜਾਂਦੇ ਆ, ਜਿਹਦੀ ਲੋੜ ਨਹੀਂ ਪੈਂਦੀ। ਪਰ ਦੂਜਾ ਸਵੇਰੇ ਮੈਂ ਅਰਲੀ ਸੈਰ ਕਰਨ ਜਾਣਾ ਹੁੰਦਾ, ਉਹ ਕੋਈ ਰੁਕਾਵਟ ਨਹੀਂ, 1 ਘੰਟਾ ਸਵੇਰੇ ਸੈਰ ਕਰਦੀ, ਸ਼ਾਮ ਨੂੰ ਜਾਣਾ, ਜਦੋਂ ਜਾਣਾ ਮੈਂ ਉਹ ਮੇਰਾ ਫਿਕਸ ਹੈ ਹਰ ਟਾਈਮ ਵੀ ਕਿੰਨੇ ਵਜੇ ਮੈਂ ਸੈਰ ਕਰਨ ਜਾਣਾ, ਕਿੰਨੇ ਵਜੇ ਮੈਂ ਡਿਨਰ ਖਾਣਾ, ਮੈਂ ਉਨੇ ਵਜੇ ਹੀ ਖਾਣਾ, ਕਿੰਨੇ ਵਜੇ ਬ੍ਰੇਕਫਾਸਟ ਕਰਨਾ, ਬ੍ਰੇਕਫਾਸਟ ਸਾਰਿਆਂ ਦਾ ਮੈਂ ਬਣਾਉਣਾ, ਬੱਚਿਆਂ ਦਾ ਵੀ ਸਾਰਿਆਂ ਦੇ। ਸੋ ਲਾਈਫ ਬਿਜ਼ੀ ਹੈ, ਲੇਕਿਨ ਕਦੇ ਉਹ ਮੈਨੂੰ ਉਹ ਕਦੇ ਵੀ ਉਹਨਾਂ ਨੇ ਪੁੱਛਿਆ ਨਹੀਂ ਵੀ ਤੂੰ ਕੀ ਕਰਦੀ ਹੈ, ਕਿੱਥੇ ਜਾਂਦੀ, ਕੁੱਲ। ਤਾਂ ਉਹ ਕਈ ਵਾਰੀ ਮੇਰਾ ਬੇਟਾ ਕਹਿੰਦੇ ਮੰਮੀ ਤੁਹਾਡੀ ਆ ਤਾਂ ਅਪਾਇੰਟਮੈਂਟ ਮਿਨਿਸਟਰਾਂ ਨਾਲ ਵੀ ਜਾਂਦੀ, ਕਦੀ ਤੁਹਾਡਾ ਪ੍ਰੋਗਰਾਮ ਕਦੀ ਕਿਤੇ ਹੁੰਦਾ, ਕਦੀ ਕਿਤੇ ਹੁੰਦਾ। ਬਹੁਤ ਵਧੀਆ ਕਿ ਵਧੀਆ ਲਾਈਫ। ਹਾਂਜੀ ਜਿੱਦਾਂ ਵੀ ਜਿੱਥੇ ਵੀ ਰਹਿੰਦੇ ਆ। ਸੋ ਕਿਰਨ ਤੁਸੀਂ ਇਹ ਸ਼ੁਰੂ ਕੀਤਾ ਸੀਗਾ ਐਂਡ ਨਾਟ ਆਈ ਗੈਸ ਤੁਸੀਂ ਆਪ ਕਰਨਾ ਚਾਹੁੰਦੇ ਸੀਗੇ ਪਰ ਆਲਸੋ ਟੂ ਇਨਵੋਲਵ ਯੂ نو ਲਾਈਕ ਸੀਨੀਅਰਸ ਹੋਰ ਲੋਕ ਜਿਹੜੇ obviously ਪੈਂਡੈਮਿਕ ਵਿੱਚ ਬਹੁਤ ਲੋਕ ਘਰੋਂ ਵੀ ਬੈਠੇ ਕੰਮ ਤੇ ਨਹੀਂ ਜਾਂਦੇ ਸੀ ਐਂਡ ਜੇ ਨਹੀਂ ਹੁੰਦਾ ਬਹੁਤ ਟਾਈਮ ਫ੍ਰੀ ਹੁੰਦਾ ਬੈਠਣ ਲਈ ਇਕੱਲਿਆਂ ਨੂੰ। ਸੋ ਤੁਸੀਂ ਥੋੜਾ ਜਿਹਾ ਦੱਸੋ ਆਪਦੇ ਬਾਰੇ ਕਿੱਦਾਂ ਤੁਹਾਨੂੰ ਇਹ ਇੱਕ ਆਈਡੀਆ ਆਇਆ ਐਂਡ ਦੈਨ ਆਲਸੋ ਲਾਈਕ ਇਹਨਾਂ ਨੂੰ ਵੀ ਤੁਸੀਂ ਇਨਵੋਲਵ ਕੀਤਾ ਹੈ। ਇਟਸ such a good initiative. I've always been trying to be busy. I'm actually ਪ੍ਰੀਤ ਵਾਸਤੇ ਆਇਆ ਸੀ। ਇਹਦੀ ਥੋੜੀ ਜੀ ਗੱਲ ਮੈਂ ਤੁਹਾਨੂੰ ਦੱਸਣੀ ਆ ਵੀ ਇਹ ਇਦਾਂ ਦੀ ਕੁੜੀ ਹੈਗੀ ਆ ਕਿ ਇਹਨੂੰ ਵਲੰਟੀਅਰ ਕਰਨ ਦਾ ਸ਼ੌਕ ਆ। ਹਾਂਜੀ ਇਹਨੇ ਪਿੰਗਲਵਾੜੇ ਦਾ ਕਰਨਾ, ਗੁਰਦੁਆਰਿਆਂ ਦਾ ਕੀਤਾ, ਇਹਨੇ ਇੱਥੇ ਹੀ ਇਹਨੇ ਵਲੰਟੀਅਰ ਦੇ ਇਹਦੇ ਦਿਮਾਗ 'ਚ ਆਇਆ ਤੇ ਇਹਨੇ ਸਾਨੂੰ ਸਾਰਿਆਂ ਨੂੰ ਧੱਕਿਆ। ਅੱਗੋਂ ਹੁਣ ਤੁਸੀਂ ਦੱਸੋ। ਸਾਰੇ ਇਹਨਾਂ ਦੀ ਹਿੰਮਤ, ਇਹਨਾਂ ਦੀ ਮਿਹਰਬਾਨੀ। I have no problem. ਹਿੰਮਤ ਨਾਲ ਹੀ ਪਤਾ ਨਹੀਂ ਕਿੱਥੋਂ ਸੋਚ ਆਂਦੀ ਹੈ ਇਹਦੀ। ਹਾਂ। ਮੈਨੂੰ ਨਹੀਂ ਸੋਚ ਇੰਨੀ ਆਂਦੀ, ਇਹਨੂੰ ਆਂਦੀ ਹੈ ਤੇ ਮੈਂ ਮਗਰ ਲੱਗ ਜਾਂਦੀ ਹਾਂ। ਇਹ ਜਵਾਨ ਵੀਰੇ ਨਾ ਅਸੀਂ ਬੁੜੇ ਹੋ ਗਏ ਨਹੀਂ ਜਵਾਨ ਦੀ ਗੱਲ ਨਹੀਂ, ਹਰ ਇੱਕ ਦੇ ਆਪਣਾ ਆਪਣਾ ਦਿਮਾਗ ਹੈ ਕਿ ਮੈਂ ਕਰਨਾ ਮੈਂ ਕਰਨਾ। ਹੁਣ ਗੁਰਦੁਆਰੇ ਕਿਤੇ ਰਸੋਈ ਖੋਲਦੀ ਉੱਥੇ ਭੱਜੀ ਹੁੰਦੀ ਆ। ਸਾਨੂੰ ਪਤਾ ਹੀ ਨਹੀਂ ਹੁੰਦਾ। ਅਕਾਲ ਅਕੈਡਮੀ ਨੂੰ ਲੈ ਕੇ ਉਹ ਜਿਹੜੇ ਹੁੰਦੇ ਉੱਥੇ ਬਾਜੀ ਦਾ ਡੱਬੇ ਹੁੰਦੇ ਨੇ ਜਿਹੜੇ, ਕਿਹੜੇ ਸੀ ਡੱਬੇ, ਉਹਦੇ ਚ ਡੋਨੇਸ਼ਨ ਪਵਾਣੀ, ਉੱਥੇ ਇੰਡੀਆ ਭੇਜਣੇ, ਉਹ ਡੱਬੇ ਲਵਾਏ ਨੇ। Free kitchen. ਗੁਰੂ ਨਾਨਕ ਪਹਿਲਾਂ ਹੈਗਾ ਸੀ ਕੁਛ ਜਿਹੜਾ ਉੱਥੇ ਬਾਬਾ ਜੀ ਨੇ ਪੂਰਨ ਸਿੰਘ ਭਗਤ ਦਾ,
ਉਹਦਾ ਵੀ ਭਗਤ ਪੂਰਨ ਕਰਦੇ ਸਿੰਘ ਨੇ। ਦਾ ਪਿੰਗਲਵਾੜਾ ਪਿੰਗਲਵਾੜਾ ਪਿੰਗਲਵਾੜੇ ਦਾ ਬੜਾ ਕੀਤਾ ਹੈ ਹਾਂ ਪਰ ਜਿਸ ਵੇਲੇ ਫਿਰ ਮੈਂ ਕਿਹਾ ਤੂੰ ਛੱਡ ਭਰਾ ਐਵੇਂ ਕਾਹਨੂੰ ਕਿਸੇ ਨਾਲ ਇਨਵੋਲਵ ਨਹੀਂ ਕਰਨਾ ਕੋਈ ਗੱਲ ਜਿੰਨੀ ਹੋ ਗਈ ਤੇ ਉਹ ਬੜੀ ਇੰਨੀ ਬੜੀ ਬਹੁਤ ਸੇਵਾ ਕੀਤੀ ਇਹਨੇ ਉੱਧਰ ਪਿੱਛੋਂ ਵੀ ਕੱਪੜੇ ਕੱਟ ਕੇ ਇਕੱਠੇ ਕਰਕੇ ਸਾਰੇ ਤੇ ਕਰਦੇ ਨੇ ਗੁਰਦੁਆਰੇ ਜਾ ਕੇ ਕਈ ਕੁਛ ਕੀਤਾ ਇਹਨੇ ਮੈਨੂੰ ਨਹੀਂ ਪਤਾ ਕਿੱਥੋਂ ਕਰਦੀ ਹੈ कितों करते हैं ਮੈਨੂੰ ਨਹੀਂ ਪਤਾ ਕਿੱਥੋਂ ਇਹਦੇ ਦਿਮਾਗ 'ਚ ਆਉਂਦਾ ਇਹੋ ਜਿਹੇ ਕੰਮ ਤੇ ਕਰਦੀ ਹੈ ਅਸੀਂ ਇਹੋ ਜਿਹੇ ਕੰਮ ਨਹੀਂ ਕੀਤੇ ਪਰ ਅਸੀਂ ਘਰ ਬੈਠੇ ਮਾਸਕ ਬਣਾਏ ਬਾਹਰ ਨਹੀਂ ਗਏ ਕਿਤੇ I always have a mind for seva, but I'm also busy with family. My day just sometimes is so tiring. I just want to go sit down at the end of the day. ਹੁਣ masks ਤੋਂ ਬਾਅਦ ਹੁਣ ਮੈਂ ਆਂਟੀ ਨੇ ਸਟਾਰਟ ਕਰਤਾ ਸਾਨੂੰ knitting and crochet. ਉਹ ਇਹਨੇ ਕਰ ਦਿੱਤੀ ਹੈ ਕਰੋਸ਼ੀਆ ਸਾਰਿਆਂ ਨੂੰ ਲਾਤਾ YouTube ਖੋਲਣੀ ਪੈਂਦੀ ਹੈ ਦੇਖ ਲਓ ਉਹ ਮੇਰੀ ਗ੍ਰੈਂਡਡਾਟਰ ਸਿੱਖਣ ਲੱਗੀ ਹੋਈ ਆ ਉਹਨੂੰ ਜਾਤ ਨਹੀਂ ਆਉਂਦੀ ਜਦੋਂ ਨਿੰਮਾ ਦੀ ਬੇਟੀ ਅੱਗੋਂ ਵੀ ਉਹ ਜਾਤ ਨਹੀਂ ਆਉਂਦੀ ਰੋਣ ਲੱਗ ਜਾਂਦੀ ਆ ਮੇਰੇ ਕੋਲ ਤੇ ਮੈਨੂੰ ਤੇ ਆਉਣਾ ਨਹੀਂ ਉਹ ਫਿਰ ਲੱਗ ਜਾਂਦੀ ਆ ਮੇਰੀ ਗ੍ਰੈਂਡਡਾਟਰ ਨੇ ਸਲਾਈਆਂ ਵੀ ਤੇ ਕਰੋਸ਼ੀਆ ਮੰਗਵਾਇਆ ਕਹਿੰਦੀ ਮੈਂ ਵੀ ਕੁਝ ਵੇਖਾਂਗੀ ਕੀ ਕਰਨਾ ਕਰੋਸ਼ੀਆ ਤਾਂ ਫਿਰ ਵੀ ਸੌਖਾ ਹੈ ਮੈਂ ਉਹ ਸ਼ਟਲ ਦੀ ਲੇਸ ਤੁਸੀਂ ਤੁਹਾਨੂੰ ਤਾਂ ਪਤਾ ਨਹੀਂ ਹੋਣਾ ਉਹ ਅਸੀਂ ਬਣਾਈ ਬੜੀ ਬਹੁਤ ਬਣਾਈ ਸ਼ਟਲ ਦੀ ਲੇਸ ਅਸੀਂ ਬਹੁਤ ਬਣਾਈ ਆ ਬਹੁਤ ਮਿਹਨਤ ਦੇ ਕੰਮ ਹੈ ਉਹ। ਇੱਕ ਵਾਰੀ ਕੰਮ ਤੇ ਲੱਗ ਜਾਓ it's hard to stop. ਸ਼ੌਕ ਦੀ ਗੱਲ। ਫਿਰ ਉਹ mask ਬਣਾਈ ਗਏ ਰਿੱਝ ਜਾਂਦਾ ਨਾ ਉਹਦੇ ਚ ਕੀ ਕਰਨਾ देखो अब वो क्रोशे और नीटिंग शुरू किया अगर वो नहीं करते आप तो जो आपके ग्रैंड चिल्ड्रन है ग्रैंड डॉटर जो वो नहीं सीखते तो ये सब आपके जनरेशन या उसके जनरेशन के साथ धीरे धीरे खत्म हो जाता है घर में ये बुनाई करना सब कुछ तो ये बहुत बढ़िया काम कर रहे हो आपके जो घर में कर रहे हो जो आपके आसपास बच्चे हैं ग्रैंड चिल्ड्रन है वो देख के भी फील करते कि हम भी सीख ले तो दादी नानी कर रही है नो हमें भी ये सीखना चाहिए बहुत इंटरेस्टिंग सो दैट्स वेरी गुड मुझे ऐसा लगता काश मेरे पास ऐसे कोई होता मुझे नहीं आता कुछ करना नहीं जरूर आओ आपको भी सिखाएंगे रीना ने शुरू कर आप हमारे पास हो जरूर सिखाएंगे I know. मेरी छोटी बेटी है ना वो एक दिन आई तो कहती मम्मी आप इतना कुछ कर रहे हो तो मैंने सारा कुछ सीख लिया मेरे को क्रोशिया नहीं आता मैंने निकाला क्रोशिया मैंने पकड़ Crochet is उसने the पकड़ा easiest. तो उसने 2 कंबल बना लिए बड़े वाले इतना सीख गई हो उसने 2 बड़े बड़े कंबल वो वूल भी दूसरी लेके आती है जो थोड़ी सी सिल्की सिल्की है अच्छा। वो कहती मेरे को तो ये पसंद है तो वो भी बना उसने सीख लिया फटाफट ऐसे हो जाता है चलो ਮੇਰੇ ਤਾਂ ਪੁੱਤੀ ਜਦੋਂ ਕੁਝ ਸਵੈਟਰ ਉਧਰ ਜਾਂਦਾ ਜਾਂ ਪੈਂਟ ਉੱਚੀ ਕਰਨੀ ਆ ਜਾਂ ਟਾਈਟ ਕਰਨੀ ਦਾਦੀ ਮਾਂ ਇਹ ਕਰ ਦੋ ਕਰ ਦੋ ਮੈਂ ਕਿਹਾ ਆਪਣੀ ਮੰਮੀ ਤੋਂ ਕਰਵਾ ਲਾ ਹੁਣ ਤਾਂ ਮੈਂ ਬਹੁਤ ਬੁੱਢੀ ਹੋ ਗਈ ਕਹਿੰਦੇ ਨਹੀਂ ਤੁਸੀਂ ਕਰਕੇ ਦਿਓ ਸੋ ਲੱਗੇ ਰਹੀਦਾ ਮਤਲਬ ਆਪਣੇ ਆਪ ਨੂੰ ਬਿਜ਼ੀ ਰੱਖੀ ਦਾ ਜਿਹੜਾ ਕੰਮ ਕਰਨਾ ਨਹੀਂ ਉਹ ਯਾਦ ਤੇ ਕਰੀ ਦੇ ਪਰ ਹੁਣ ਨਹੀਂ ਸਾਨੂੰ ਉਹਦਾ ਕੁਝ ਹੈਗਾ ਇਲਮ ਹੀ ਨਹੀਂ ਮਸ਼ੀਨਾਂ ਬੰਦ ਕਰਕੇ ਰੱਖ ਦਿੱਤੀਆਂ ਨੇ Okay, so last ਹੁਣ round ਬਸ is- ਪ੍ਰਕਾਰ ਹੁਣ ਸਾਡੀਆਂ ਸਲਾਈਆਂ ਹੀ ਚੱਲਦੀਆਂ ਕਰੋਸ਼ੀਆ ਚੱਲਦਾ ਦੋਨੇ ਚੀਜ਼ਾਂ ਉਹ ਸਵੈਟਰ ਬਣਾ ਕੇ ਇੱਕ ਮੈਂ ਦਿੱਤਾ ਤੇ ਉਹ ਕਹਿੰਦੀ ਮੇਰਾ ਦੂਸਰੀ ਕਹਿੰਦੀ ਤੇ ਮੈਂ ਕਿਹਾ ਤੂੰ ਹੀ ਲੈਣਾ ਹੈ? ਹਾਂ ਤੀਸਰੀ ਕਹਿੰਦੀ ਹੈ ਤੇ ਮੇਰਾ ਕਿੱਥੇ ਗਿਆ ਹੁਣ ਮੈਂ ਉਹ ਤੀਸਰੀ ਦਾ ਸ਼ੁਰੂ ਕੀਤਾ Oh, very ਇਹ ਬਲੈਂਕਟ ਜੇ ਸ਼ੁਰੂ ਕਰਨਾ ਹੁਣ ਪਈ ਹੈ ਪਰ ਮੈਂ ਇਸ ਵੇਲੇ ਫਿਨਿਸ਼ ਕੀਤਾ ਹੈ ਮੂਵ ਹੋਣਾ ਸੀ ਤੇ ਮੈਂ ਕਿਹਾ ਕੁਝ ਸ਼ੁਰੂ ਨਹੀਂ ਨਵਾਂ ਕਰਨਾ ਜਿਹੜਾ ਹੋਇਆ ਹੈ ਉਹ ਬੜਾ ਤੇ ਪਹਿਲਾਂ ਖਤਮ ਕਰ ਆਈ ਸਾਂ And you know, ਆਪਾਂ ਜ਼ਿੰਦਗੀ like life ਦੇ ਵਿੱਚ ups and downs ਆਉਂਦੀ ਹੈ and you know seniors especially ਜਿਹੜੇ ਬਜ਼ੁਰਗ ਹੁੰਦੇ ਉਹ ਬਹੁਤ important role ਆਪਣੇ ਬੱਚਿਆਂ ਲਈ ਉਹਨਾਂ ਦੇ ਬੱਚਿਆਂ ਲਈ ਬਹੁਤ important role play ਕਰਦੇ ਆ ਲਾਈਫ ਦੇ ਵਿੱਚ ਸੋ ਬਹੁਤ ਵਧੀਆ ਕਿ ਤੁਸੀਂ ਇਨਵੋਲਵਮੈਂਟ ਹੈਗੀ ਆ ਕਮਿਊਨਿਟੀ ਦੇ ਵਿੱਚ ਵੀ ਇਨਵੋਲਵਮੈਂਟ ਆ ਥੋੜਾ ਜਿਹਾ ਗੱਲ ਕਰੋ ਅਬਾਊਟ ਜਦੋਂ ਯੂ نو ਸਿਆਣੇ ਹੋ ਜਾਂਦੇ ਆ ਆਪਾਂ ਸੀਨੀਅਰਸ ਹੋ ਜਾਂਦੇ ਆ ਤੇ ਲਾਈਫ ਕਿੱਦਾਂ ਜਾਂ ਕੀ ਚੈਲੰਜਸ ਹੁੰਦੇ ਕੀ ਤੁਹਾਨੂੰ ਔਖਾ ਲੱਗਦਾ ਕੋਈ ਹੋਊਗੇ ਵੀ ਉੱਠਣਾ ਬੈਠਣਾ ਔਖਾ ਲੱਗਦਾ ਖਾਣਾ ਬਣਾਉਣਾ ਔਖਾ ਲੱਗਦਾ ਕੁਝ ਹੁੰਦਾ ਹੀ ਨਹੀਂ ਹੁਣ ਇਹ ਤੇ ਤਕੜੀਆਂ ਨੇ ਤੇ ਮੇਰਾ ਤੇ ਮੈਂ ਤੇ ਗਈ ਮੇਰੇ ਕੋਲ ਪਰ ਅਜੇ ਵੀ ਤੁਸੀਂ ਬਹੁਤ ਹੁਣ ਮੈਂ ਮੇਰੇ ਕੋਲ ਉਹ ਜਿੱਥੇ ਮੈਂ ਗਈ ਹਾਂ ਉਹ ਕਹਿੰਦੀਆਂ ਕੰਮ ਕਦੋਂ ਸ਼ੁਰੂ ਕਰਨਾ ਅੱਛਾ ਜਿਹੜਾ ਤੁਸੀਂ ਆਲਟਰੇਸ਼ਨ ਦਾ ਕਰਦੇ ਆ ਉੱਥੇ ਹੀ ਗਈਆਂ ਨਾ ਉੱਥੋਂ ਦੀ ਕਰਦੀ ਸੀ ਵਲੰਟੀਅਰ ਵਰਕ ਉਹ ਕਹਿੰਦੀਆਂ ਕੰਮ ਕਦੋਂ ਸ਼ੁਰੂ ਕਰਨਾ ਹੈ ਤੇ ਮੈਂ ਕਿਹਾ ਮੈਂ ਅਜੇ ਤੁਹਾਡੇ ਵਰਗੀ ਹੋ ਕੇ ਆਈ ਹਾਂ ਹੁਣ ਮੇਰਾ ਕੰਮ ਕੋਈ ਕਰੇ ਆਂਟੀ ਜੀ ਕਹਿੰਦੇ ਫਿਰ ਚਾਤਨ ਸੀ ਇਹ ਜਾਂਦੇ ਸੀ ਕਹਿੰਦੀ ਫਿਰ ਉਹ
ਉਹ ਕਿੱਥੇ ਆ? ਮੈਂ ਕਿਹਾ ਆ ਜਾਏਗੀ, ਇਹ ਅਲਾਉ ਨਹੀਂ ਕਰਦੇ ਉਹ ਸਾਨੂੰ ਖੋਲਣ ਨੂੰ। ਅਜੇ ਕੋਵਿਡ ਕਰਕੇ ਉਹਨਾਂ ਨੇ ਬੰਦ ਰੱਖਿਆ ਹੈ ਸਾਰਾ ਕੁਝ। ਮਸ਼ੀਨਾਂ ਮੈਂ ਦੇਖਣਾ ਹੀ, ਮੇਰਾ ਸਾਰਾ ਕੁਝ ਪਿਆ ਉਸੇ ਤਰ੍ਹਾਂ ਹੀ। ਮੈਂ ਵੀ ਵੇਖ ਕੇ ਆਈ ਸੀ ਜਾ ਕੇ, ਸਾਡਾ ਮਾਣੇ ਸੀ ਕਿ ਮੈਂ ਜਾ ਕੇ ਦੇਖ ਕੇ ਮੈਂ ਮੈਂ ਜਾਣ ਵੇਲੇ ਜਾ ਕੇ ਨਹੀਂ ਸੀ ਮਸ਼ੀਨਾਂ ਹੀ ਦੇਖੀਆਂ, ਮੈਂ ਸਾਡੀਆਂ ਮਸ਼ੀਨਾਂ ਮੈਨੂੰ ਪਈਆਂ ਉੱਧਰ ਜਾਣ ਨਹੀਂ ਸੀ ਦਿੰਦੀ। ਕਹਿੰਦੀ ਤੂੰ ਜਾ ਨਹੀਂ ਸਕਦੀ ਉੱਧਰ। ਮੈਂ ਮਸ਼ੀਨ ਆਪਣੀ ਵੇਖਣ ਜਾਣੀ, ਮੇਰੀ ਪਈ ਬੜਾ। ਉਹ ਹੁਣ ਇੱਕ ਜਾਣੀ ਕਹਿੰਦੀ ਘਰ ਲੈ ਜਾਓ, ਸਾਡਾ ਕੰਮ ਕਰਦੇ ਹੋ। ਮੈਂ ਕਿਹਾ ਘਰ ਲੈ ਜਾਣਾ ਸਾਨੂੰ ਇਜਾਜ਼ਤ ਨਹੀਂ ਹੈਗੀ, ਅਸੀਂ ਨਹੀਂ ਕਰ ਸਕਦੇ। ਆਏ ਮੇਰਾ ਕੰਮ ਕੌਣ ਕਰੇ? ਮੇਰਾ ਇੰਨਾ ਕੰਮ ਪਿਆ ਹੈ, ਮਸਾਂ ਹੀ ਤੁਸੀਂ ਆਈਆਂ ਜੇ, ਉਹਨੂੰ ਸੱਦ ਲੈ। ਸੋ ਤੁਸੀਂ obviously ਤੁਸੀਂ ਜਾਣਦੇ ਸੀਨਾ ਐਂਡ ਮਸ਼ੀਨ ਯੂਜ਼ ਕਰਨੀ, ਤੁਸੀਂ ਮੇਰਾ ਕਿੱਥੋਂ ਸਿੱਖਿਆ ਸੀ? ਮੈਂ ਤੇ ਬਚਪਨ ਤੋਂ ਕਰਦੀ ਹਾਂ। ਮੇਰੇ ਮਾਪਿਆਂ ਨੇ ਮੈਨੂੰ ਪੜ੍ਹਾਈ ਨਹੀਂ ਕਰਵਾਈ ਤੇ ਮੈਂ ਕਿਹਾ ਸੀ, ਮੇਰੀ ਨੇਬਰ ਦਾ ਇੱਕ ਬਹੁਤ ਬੁਰਾ ਹਾਲ ਮੈਂ ਦੇਖਿਆ ਸੀ ਤੇ ਮੈਂ ਕਿਹਾ ਵੀ ਮੇਰੇ ਕੋਲ ਸਰਟੀਫਿਕੇਟ ਕੋਈ ਹੋਣਾ ਚਾਹੀਦਾ, ਜੇ ਕਿਤੇ ਜ਼ਿੰਦਗੀ 'ਚ ਲੋੜ ਪੈ ਜਾਏ ਮੈਂ ਕੁਝ ਕਰ ਸਕਾਂ। ਉਦੋਂ ਮੈਂ ਅਜੇ ਸਾਰੀ 15-16 ਸਾਲਾਂ ਦੀ ਸਾਂ ਤੇ ਫਿਰ ਸਕੂਲ ਫਿਨਿਸ਼ ਕਰਕੇ ਕਹਿੰਦੇ ਸਿਲਾਈ ਸਿੱਖ। ਮੈਂ ਕਿਹਾ ਪਹਿਲਾਂ ਮੈਨੂੰ ਫੁੱਲ ਸਕੂਲ ਟਰਮ 'ਚ ਮਿਲੇ, ਸਰਟੀਫਿਕੇਟ ਮਿਲੇ। ਸੋ 2 ਸਾਲ ਉੱਥੇ ਕੀਤਾ ਤੇ ਨਿਕਲਣ ਲੱਗੇ ਤੇ ਸਾਡੀ ਹੈਡ ਮਿਸਟਰਸ ਨੇ ਸਾਨੂੰ ਕਹਿ ਦਿੱਤਾ ਕਿ ਸਾਲ ਬਾਅਦ ਟੀਚਰਸ ਟ੍ਰੇਨਿੰਗ ਆਣੀ। ਜਿਨ੍ਹਾਂ ਨੇ ਜਾਣਾ ਸਾਰੀਆਂ ਹੀ ਨਾ ਭਰਾਈਆਂ, ਸਾਰੀਆਂ ਕਈਆਂ ਅਸੀਂ ਸਾਰੀ ਕਲਾਸ ਇੱਕ ਤੋਂ ਨੇ ਨਹੀਂ ਭਰਿਆ ਹੋਵੇਗਾ, ਪਰ ਅਸੀਂ 1 ਸਾਲ ਫਿਰ ਮੈਂ ਪੜ੍ਹਾਈ ਕੀਤੀ 1 ਸਾਲ 'ਚ। ਉਹ ਕਰਕੇ ਫਿਰ ਮੈਂ ਟੀਚਰਸ ਟ੍ਰੇਨਿੰਗ ਕੀਤੀ, ਫਿਰ ਟਾਈਮ ਸੀ ਫਿਰ ਅੱਗੇ ਪੜ੍ਹਾਈ ਕੀਤੀ। ਫਿਰ ਸ਼ਾਦੀ ਹੋ ਗਈ ਤੇ ਗੱਲ ਖਤਮ। ਫਿਰ ਤੇ ਚੱਲ ਸੋ ਚੱਲ। ਫਿਰ ਆਪਣੇ ਹੀ ਵਾਜੇ ਵੱਜਦੇ ਰਹੇ। ਮੈਂ ਵਾਜਾ ਵੀ ਜਾਣੀ ਸਾਂ, ਮੈਂ ਪਿੱਕ ਛੱਡ ਗਈ। ਮੈਂ ਕਿਹਾ ਮੇਰੇ ਤੇ ਆਪਣੇ ਵਾਜੇ ਵੱਜਦੇ ਨੇ, ਆਪਣੇ ਵਾਜੇ ਵੱਜਦੇ ਵਾਜੇ ਹੀ ਵੱਜਦੇ ਸੀ, ਹੋਰ ਕੀ। ਮੇਰੇ ਮਦਰ ਬਹੁਤ ਉਹ ਅਸੀਂ 3-4 ਜਮਾਤਾਂ ਹੀ ਪੜ੍ਹੇ ਸੀਗੇ, ਲੇਕਿਨ ਬਹੁਤ ਸਿਆਣੇ ਸੀਗੇ ਉਹ। ਉਹਨਾਂ ਨੂੰ ਬੋਲਣਾ, ਸੀਣਾ, ਕਢਾਈ ਕਰਨੀ ਸਭ ਕੁਝ ਆਉਂਦਾ ਸੀ ਤੇ ਉਹਨਾਂ ਨੇ ਮਤਲਬ ਸਿਖਾਉਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਮੈਂ 6ਵੀਂ ਪੜ੍ਹਦੀ ਸੀ ਜਦੋਂ ਉਹਨਾਂ ਨੇ ਮੈਨੂੰ ਸਵੈਟਰ ਬਣਾਉਣਾ ਸਿਖਾਇਆ ਤੇ ਇੱਦਾਂ ਹੀ ਕੱਪੜੇ ਸੀੜੇ ਹੌਲੀ ਫਿਰ ਕਢਾਈ ਕਢੂਈ ਸਿਖਾਤੀ। ਉੱਥੋਂ ਫਿਰ ਸ਼ੌਕ ਮਤਲਬ ਪੈਦਾ ਹੋ ਗਿਆ ਸੀ। ਫਿਰ ਇੱਥੇ ਆ ਕੇ ਜੌਬ ਵੀ ਕਰਨੀ ਪਈ। ਹਾਂਜੀ, ਪਹਿਲਾਂ ਦੇ ਇੱਧਰ ਦੀਆਂ ਜੌਬ ਕੀਤੀਆਂ। ਮੈਂ ਕਿਹਾ ਸਾਰਾ ਕਿਤੇ ਰੈਡੀਮੇਡ ਹੈ, ਕਿਹਨੂੰ ਕਿਸੇ ਨੂੰ ਲੋੜ ਹੈ ਸੂਇੰਗ ਦੀ। ਪਰ ਜਿਸ ਲਈ ਆਸੇ ਪਾਸੇ ਦੇਖਿਆ ਕਿ ਸੂਇੰਗ ਦੀ ਲੋੜ ਹੈਗੀ ਹੈ, ਫਿਰ ਮੈਂ ਸੂਇੰਗ ਜਿੱਥੇ ਜਿਹੜੀ ਕਰਾਂ, ਮੈਂ ਪ੍ਰੋਫੈਸ਼ਨਲ ਤਾਂ ਹੈ ਨਹੀਂ ਸੀ, ਇੱਥੋਂ ਦੇ ਸਟਾਈਲ ਵੱਖਰੇ, ਕੰਮ ਵੱਖਰੇ। ਫਿਰ ਮੈਂ ਕਿਸੇ ਕੋਲ ਗਈ, ਅਪਲਾਈ ਕੀਤਾ। ਮੈਂ ਕਿਹਾ ਮੈਨੂੰ ਇੱਥੇ ਜੌਬ ਦੇ। ਕਹਿੰਦੀ ਹੈ ਤੂੰ ਤੇ ਐਕਸਪੀਰੀਅੰਸ ਨਹੀਂ ਕਿ ਮੈਂ ਜੌਬ ਨਹੀਂ। ਤੇ ਉਹ ਇਸਮਾਇਲੀ ਸੀ। ਮੈਂ ਕਿਹਾ ਤੂੰ ਐਡਵਰਟਾਈਜ਼ ਕੀਤਾ, ਮੈਂ ਤੇਰੇ ਜੌਬ ਮੰਗਣਾ, ਤੂੰ ਮੈਨੂੰ ਟਰਾਈ ਤੇ ਕਰਕੇ ਦੇਖ। ਕਹਿੰਦੀ ਇੱਥੇ ਕੋਈ ਸਕੂਲ ਹੈ, ਕੋਈ ਤੈਨੂੰ ਸਿਖਾ ਦੇਵਾਂਗੀ ਜਾਂ ਕੁਝ ਕਰ ਲਾਂਗੀ। ਮੈਂ ਨਹੀਂ ਦੇਣਾ। ਮੈਂ ਕਿਹਾ ਮੈਨੂੰ 1 ਦਿਨ ਦੇਖ ਲੈ, ਨਹੀਂ ਤੇ ਮੈਂ ਚਲੀ ਜਾਵਾਂਗੀ। ਮੈਂ ਕਿਹੜਾ ਜੌਬ ਮੰਗਣੀ, ਫ੍ਰੀ ਤੈਨੂੰ ਕਰਦੇ ਆ। ਕਹਿੰਦੀ ਮੈਂ ਫ੍ਰੀ ਨਹੀਂ ਕਰਵਾਉਣਾ, ਮੈਂ ਹਾਫ ਪ੍ਰਾਈਸ ਦਿਆਂਗੀ ਤੇ ਕੱਲ ਤੋਂ ਆ ਜਾਏਗੀ। ਤੇ ਮੈਨੂੰ ਇੰਨਾ ਪਤਾ ਨਹੀਂ, ਮੇਰੀਆਂ ਜਿਹੜੀਆਂ ਕਰਦੀਆਂ ਸੀ ਕੁੜੀਆਂ, ਉਹਨਾਂ ਨੂੰ ਬੋਲਣ ਦਾ ਉੱਥੇ ਆਰਡਰ ਨਹੀਂ ਸੀ, ਨਹੀਂ ਕੁਆਇਟ। ਮੈਂ ਇੰਝ ਕਰਨਾ, ਉਹਨਾਂ ਕਹਿੰਦਾ ਇੰਝ ਕਰ ਲੈ, ਸਾਰਾ ਕੁਝ ਸਿੱਖ। ਫਿਰ ਉਹਨੇ ਮੈਨੂੰ ਫੁੱਲ ਵੇਜਿਸ ਦਿੱਤੀਆਂ। ਨਾਲ ਮੈਨੂੰ ਕਹਿੰਦੀ ਅਗਲੇ ਮਹੀਨੇ ਇੰਨੀ ਰੇਸ ਦਿਆਂਗੀ, ਅਗਲੇ ਮਹੀਨੇ ਇੰਨੀ ਰੇਸ ਦਿਆਂਗੀ। ਤੇ ਮੈਂ ਉੱਥੇ ਕਾਫੀ ਚਿਰ ਰਹੀ। So she's learned a lot in that job. ਫਿਰ ਮੈਂ ਉਹ ਜੌਬ ਤੋਂ ਫਿਰ ਮੈਂ ਆਪਣਾ ਪ੍ਰੋਫੈਸ਼ਨਲ, ਆਪਣੇ ਹਸਬੈਂਡ ਨੇ ਡਰਾਈ ਕਲੀਨ ਦੁਕਾਨ ਖੋਲ ਲਈ, ਉੱਤੇ ਮੈਂ ਆਲਟਰੇਸ਼ਨ, ਮੈਂ 20-22 ਸਾਲ ਇਹੋ ਹੀ ਕੀਤਾ। ਅੱਗੋਂ ਹੁਣ ਘਰ ਆ ਕੇ ਵਲੰਟੀਅਰ ਸ਼ੁਰੂ ਕਰ ਦਿੱਤਾ। 29 ਸਾਲ ਹੋ ਗਏ ਇਸ ਕੰਮ 'ਚ। ਇਹ ਜਾਣਦੇ ਨੇ ਸਾਰਾ ਕੁਝ ਤੇ ਇਹਨਾਂ ਨੇ ਵੀ ਬੜੀ ਹੈਲਪ ਕੀਤੀ। ਫਿਰ ਇਹਦੇ ਤੇ ਕੀਤਾ। ਹੁਣ ਅੱਗੇ ਅਸੀਂ ਕਿਹਾ ਚਲੋ, ਇਹਨਾਂ ਨੇ ਮੈਨੂੰ ਨਿਟਿੰਗ ਮੈਂ ਮੰਨਦੀ ਨਹੀਂ ਸਕੰਦੇ ਲਾ ਲੈ। ਅੱਗੇ ਕਰੀ ਨਹੀਂ ਸੀ, ਬਹੁਤ ਕੀਤੀ ਹੈ, ਪਰ ਮੈਂ ਕਿਹਾ ਹੁਣ ਕਿਹਨੂੰ ਦਿਆਂਗੀ, ਕੀ ਕਰਾਂਗੀ। ਆਪ ਮੈਂ ਬੜੇ ਸਵੈਟਰ ਬਣਾ ਲਏ। ਨੇਬਰ ਹੀ ਸੀ, ਇਕੱਠੀਆਂ ਰਹਿੰਦੀਆਂ ਸੀ। ਮੇਰਾ 13 ਸੀ ਤੇ ਇਹਨਾਂ ਦਾ 17। ਇਹ ਹੁਣ ਗਏ ਨੇ, ਹਫਤਾ ਹੋਇਆ। ਅਸੀਂ ਨੰਗੇ ਪੈਰੀ ਵੀ ਚਲੇ ਜਾਂਦੇ, 2 ਲੋਟ ਪੜੇ। ਫਿਰ ਹੁਣ ਕਿੱਦਾਂ ਮਿਸ ਕਰਦੇ? ਮੈਂ ਤਾਂ ਬਹੁਤ ਮਿਸ ਕਰਨੀ, ਇਹਨਾਂ ਨੂੰ ਨਹੀਂ ਲੋੜ ਪਈ, ਇਹਨਾਂ ਨੂੰ ਨਹੀਂ ਲੋੜ ਹੈ ਕਿ ਮਿਸ ਕਰਨੀ। ਮਿਸ ਤੇ ਭਾਵੇਂ ਕਰਨੀ ਆ, ਪਰ ਉੱਥੇ ਮੇਰੀ ਸਿਹਤ ਕਾਫੀ ਡਾਊਨ ਹੋ, ਜਿਹੜੀ ਸੱਚੀ ਗੱਲ ਹੈ। ਮੈਂ ਤੇ ਆ ਕੇ ਲੇਟੀ ਰਹਿੰਦੀ ਹਾਂ, ਜਾਂ ਫਿਰ ਮੇਰੀ ਇੱਕ ਹੋਰ ਫਰੈਂਡ ਹੈ ਉੱਥੇ, ਉਹ ਵੀ ਐਕਸਾਈਟਡ ਬਹੁਤ ਹੈ, ਮੈਨੂੰ ਵੇਖ ਕੇ ਆਈ ਹੈ।
ਅਸੀਂ ਇਕੱਠੀਆਂ ਬੈਠੀਆਂ ਰਹਿੰਦੀਆਂ ਜਿੰਨਾ ਟਾਈਮ ਸਾਡੇ ਕੋਲ ਬਚਦਾ, ਚਾਹੇ ਉਹ ਇੱਧਰ ਆ ਜਾਏ ਜਿਵੇਂ ਉਹ ਵੀ ਸੇਮ ਫਲੋਰ ਤੇ ਹੈ ਲੇਕਿਨ ਦੂਰ ਹੈ, ਪਰ ਵਾਕਰ ਦੋਨਾਂ ਨੇ ਖੜੇ ਹੋਏ ਆ ਜਾਏ ਚੰਗਾ ਟਾਈਮ ਲੰਘ ਜਾਂਦਾ। I ਖਾਣਾ learned- ਟਾਈਮ ਨਾਲ, ਸਾਰਾ ਕੁਝ ਆਟੋਮੈਟਿਕ ਟਾਈਮ ਨਾਲ ਹੋ ਗਿਆ, ਹਾਂਜੀ ਐਵਰੀਥਿੰਗ, ਸੋ ਦੈਟਸ ਗੁੱਡ। ਅਸੀਂ ਆਪਣਾ ਟਾਈਮ ਨਹੀਂ ਸਾ ਰੱਖਦੇ, ਉਰੇ ਪਰੇ ਘੰਟਾ ਵੱਧ ਹੋ ਗਿਆ ਤੇ ਹੁਣ ਇੱਥੇ ਟਾਈਮ ਵੱਧ 5 ਮਿੰਟ ਵੀ ਨਹੀਂ ਹੋ ਸਕਦੇ, ਹੁਣ ਤੁਸੀਂ ਡਿਫਰੈਂਟ ਸੈਟਿੰਗ ਦੇ ਵਿੱਚ ਹੋ। ਪਰ ਸੋਹਣਾ ਰਿਹਾ। ਹਾਂਜੀ मैं भी काफ़ी कुछ सीखा, like watching mom and so on when I was younger. तो वो ही हुन मैंने use आ रहे हैं। Yeah, I did take some sewing in school and I learned knitting watching her and macrame, crochet. So हुन थोड़ा बहुत हुन काम आ रहा है। yeah ਪਰ ਮੈਂ ਇਹਨੂੰ ਦੇਖਦੀ ਹਾਂ ਨਾ ਕਿਤੇ ਕੋਲੋਂ ਸਿੱਖਿਆ, ਮੈਂ ਤਾਂ ਸਿਖਾਇਆ ਨਹੀਂ, ਵੇਖ ਵੇਖ ਕੇ ਤੂੰ ਗਈ मैं ਜਦੋਂ ਪੁੱਛਣੀ ਹੈ ਕਹਿੰਦੇ ਵੀਡੀਓ ਦੇਖ, go on ਆਹੋ YouTube, ਮੈਂ ਕਿਹਾ ਹੁਣ ਕੱਢ ਮੈਂ ਲੈ। ਤੈਨੂੰ ਸਿਖਾਉਂਦੀ ਰਵਾਂਗੀ, YouTube ਖੋਲ, ਮੈਂ ਤਾਂ ਹੋਈ ਸਿੱਖਿਆ ਹੀ ਹੁਣ, YouTube ਤੇ ਖੋਲ ਕੇ everything ਹਾਂ, A to ਸਾਰਾ Z ਕੁਝ ਹੈ। ਦੱਸਦੇ ਆ। So nothing to worry, no, ਹਾਂਜੀ no problem. Good ideas. I mean ਤੁਸੀਂ ਆਪਦੀ ਲਾਈਫ YouTube ਇੰਟਰਨੈਟ ਸਭ ਕੁਝ ਯੂਟਿਲਾਈਜ਼ ਕੀਤਾ ਹੈ ਇਸ ਉਮਰ ਚ ਵੀ, which is very good because ਆਪਣੇ ਆਪ ਨੂੰ ਅਪਡੇਟਡ ਰੱਖਿਆ ਐਂਡ ਕਰੀ ਗਏ। ਸੋ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਕੀ ਕਰਦੇ ਹੁੰਦੇ ਕਿੱਦਾਂ, ਐਂਡ ਇਹ ਵੀ ਦੱਸੋ ਕਈ ਜਿਹੜੇ ਹੁੰਦੇ ਆ ਲੇਡੀਜ਼ ਜੈਂਟਲਮੈਨ ਸੀਨੀਅਰਸ ਹੁੰਦੇ, ਉਹ ਇੰਨੇ ਫੋਰਚੂਨੇਟ ਨਹੀਂ ਹੁੰਦੇ, ਉਹਨਾਂ ਦੇ ਕਈ ਹੋਰ ਚੈਲੰਜਸ ਹੁੰਦੇ ਆ। ਤੁਹਾਡੇ ਸ਼ਾਇਦ ਸਰਕਲ ਦੇ ਵਿੱਚ ਫਰੈਂਡਸ ਹੋ, ਕੀ ਤੁਹਾਨੂੰ ਲੱਗਦਾ ਇਸ ਕੰਟਰੀ ਦੇ ਵਿੱਚ ਆਣ ਕੇ ਬਜ਼ੁਰਗਾਂ ਦੀ ਲਾਈਫ ਕਿਹੋ ਜੀ ਹੁਣ ਹੈਗੀ, ਕਈਆਂ ਦੀ ਤੁਹਾਡੇ ਵਾਂਗੂ ਵਧੀਆ ਵੀ ਹੈਗੀ ਆ, ਉਹ ਗੱਲ ਕਰੋ ਥੋੜੀ ਜੀ। ਮੈਂ ਜਿੱਦਾਂ ਮਤਲਬ ਕਰਦੀ ਆ ਨਾ ਕੰਮ, ਹਾਂਜੀ। ਮੇਰਾ ਪੋਤਾ ਹੈਗਾ 20 ਸਾਲ ਦਾ, 20 ਸਾਲ ਦਾ ਨਹੀਂ ਹੋਇਆ, ਹੁਣ 20ਵਾਂ ਲੱਗਿਆ, ਤੇ ਉਹ ਮੈਨੂੰ ਕਹਿੰਦਾ ਦਾਦੀ ਮੈਂ ਤੁਸੀਂ ਰੈਸਟ ਕਰ ਲਓ, ਤੁਸੀਂ ਬਹਿ ਜਾਓ, ਤੁਸੀਂ ਥੱਕ ਜਾਣਾ ਤੇ ਨਾ। ਮੈਂ ਕਿਹਾ ਨਹੀਂ, ਮੈਂ ਆਪਣੀ ਸਿਹਤ ਠੀਕ ਆਦਤ ਰੱਖਣੀ ਨਹੀਂ ਹੈ, ਥੱਕਣ ਦੀ। ਇਸ ਲਈ ਮੈਂ ਮਤਲਬ ਜੋ ਮੈਂ ਰੈਸਟ ਕਰਨੀ ਹੁੰਦੀ ਮੈਂ ਬੈਠ ਕੇ ਰੈਸਟ ਕਰਦੀ ਹਾਂ, ਪਰ ਮੈਂ ਕੰਮ ਆਪਣੇ ਲਈ ਕਰਦੀ ਹਾਂ, ਨਾ ਕਿ ਮੈਂ ਕਿਸੇ ਲਈ। ਮੰਮੀ ਆ ਕੇ ਕਰ ਲੂ, ਤੁਸੀਂ ਰਹਿਣ ਦਿਓ ਦਾਦੀ ਮਾਂ, ਤੁਸੀਂ ਥੱਕ ਜਾਣਾ ਆ, ਤੁਸੀਂ ਨਾ ਕਰੋ। ਸੋ ਮੈਂ ਕਰਦੀ ਰਹਿੰਦੀ ਹਾਂ, ਬੈਠ ਜਾਂਦੀ ਹਾਂ, ਕਰ ਲੈਣੀ, ਕਿਉਂਕਿ ਅੱਗੇ ਸਾਡੀ ਬਿਜ਼ੀ ਲਾਈਫ ਸੀ, ਅਸੀਂ ਸੀਨੀਅਰ ਸੈਂਟਰ ਜਾਣਾ, ਪਿਕਸ ਜਾਣਾ, ਕਦੇ ਕੋਈ ਪਾਰਟੀ ਆ ਗਈ, ਕਦੇ ਕਿਸੇ ਦਾ ਜਨਮ ਦਿਨ ਆ ਗਿਆ। ਹੁਣ ਘਰੇ ਰਹੀਦਾ ਕਰਕੇ, ਤੇ ਜੇ ਫਿਰ ਤੁਰੇ ਫਿਰਦੇ ਨਾ ਰਹੋ ਤੇ ਸਾਡੀ ਸਿਹਤ ਖਰਾਬ ਹੁੰਦੀ ਹੈ। ਸੋ ਇਸ ਲਈ ਬਿਜ਼ੀ ਰੱਖੀਦਾ ਆਪਣੇ ਆਪ ਨੂੰ। ਪਹਿਲਾਂ ਮੈਂ ਜੌਬ ਵੀ ਕਰਦੀ ਸੀਗੀ, ਈਗਲ ਕਰਸਟ ਹੈਗਾ ਨਾ 124 ਤੇ, ਹਾਂਜੀ ਹੁਣ ਨਹੀਂ ਹੈਗਾ, ਉੱਥੇ ਜੌਬ ਕੀਤੀ ਹੈ। अच्छा ਹਾਂਜੀ, ਉਹ ਸਾਰੇ ਜਿੰਨੇ ਵੀ ਸਟੋਰ ਹੈਗੇ ਆ ਨਾ ਵੱਡੇ ਵੱਡੇ ਸੀਅਰਸ ਵਗੈਰਾ ਜਾਂ ਹੋਰ ਵੀ ਆ, ਜੇ ਵੀ ਮੈਕਡੋਨਲਡ ਹੈਗੇ ਆ ਜਾਂ ਪੀਜ਼ਾ ਵਾਲੇ ਜੋ ਵੀ ਹੈਗੇ, ਜਿੰਨੇ ਵੀ ਰੈਡੀਮੇਡ ਕੱਪੜਿਆਂ ਦੇ ਉੱਤੇ ਐਮਬਰਾਇਡਰੀ ਦੇ ਥਰੂ ਲਿਖਿਆ ਹੋਇਆ ਨਾ, ਉਹ ਸਾਰਾ ਮੈਂ ਮਤਲਬ ਮਸ਼ੀਨਾਂ 40 ਲੱਗੀਆਂ ਹੁੰਦੀਆਂ ਸੀ, ਉਹ ਮੈਂ ਸਿਰਫ ਕੰਪਿਊਟਰ ਉਹ ਡਿਜ਼ਾਈਨ ਦੇ ਜਾਂਦੇ ਸੀਗੇ, ਤਾਂ ਉਹਦੇ 'ਚ ਉਹਨਾਂ ਨੇ ਕਲਰ ਸਕੀਮ ਵੀ ਪਾ ਕੇ ਵੀ ਇਦਾਂ ਦਾ ਬਣਾਉਣਾ, ਉਹ ਸਾਰਾ ਮਸ਼ੀਨਾਂ ਤੇ ਉਹ ਮੈਂ ਪਾ ਕੇ ਫਿਰ ਕੰਪਿਊਟਰ ਨੂੰ ਔਨ ਕਰਨਾ, ਤੇ ਉਹ ਪੂਰੀਆਂ ਮਸ਼ੀਨਾਂ ਸਾਰੀਆਂ ਚੱਲ ਪੈਂਦੀਆਂ ਸੀ, ਤੇ ਸੋ ਉਹ ਸਾਰੇ ਐਮਬਰਾਇਡਰੀ ਹੋ ਜਾਂਦੇ ਸੀ। ਹਾਂਜੀ ਮਤਲਬ 2 ਸੈਕਿੰਡ ਵਿੱਚ ਮਤਲਬ 80 100 ਮਤਲਬ ਗਾਰਮੈਂਟਸ ਰੈਡੀ ਹੋ ਜਾਂਦੇ ਸੀ, ਜੇ ਤੇ ਜੋ ਲਿਖਣਾ। ਉਹ ਨਿੱਕੇ ਨਿੱਕੇ ਬੂਟਾਂ ਤੋਂ ਲੈ ਕੇ ਸੌਕਸ ਤੋਂ ਲੈ ਕੇ ਬਿਬ, ਜੋ ਵੀ ਐਮਬਰਾਇਡਰੀ ਦੇ ਥਰੂ ਜੋ ਵੀ ਕੀਤਾ ਹੋਇਆ ਨਾ, ਸਾਰੇ ਵੀ ਅਸੀਂ ਰੈਡੀਮੇਡ ਲੈਣੇ ਬੱਚਿਆਂ ਦੇ ਕੱਪੜੇ ਜਾਂ ਅਸੀਂ ਟੀ-ਸ਼ਰਟ ਵਗੈਰਾ ਲੈਣੇ ਆ, ਸੋ ਉਹ ਸਾਰੇ ਉਹ ਉੱਥੇ ਬਣਦੇ ਸੀ। ਫਿਰ ਜਦੋਂ ਮੇਰਾ ਪੋਤਾ ਹੋਇਆ ਉਦੋਂ ਮੈਂ ਛੱਡ ਦਿੱਤੀ, ਹਾਂਜੀ ਬਿਨਾਂ ਰੀਜ਼ਨ ਛੱਡਦੀ, ਬੜੀ ਵਧੀਆ ਜੌਬ ਸੀ। ਹੁਣ ਤਾਂ ਫੈਕਟਰੀ ਵੀ ਬੰਦ ਹੋ ਗਈ। मेरे dad was a teacher in India. When he retired, he started going to senior center, and they took computer classes so they Wow, could teach that's other good. seniors, and this is where mom also learned. ਬਹੁਤ ਵਧੀਆ ਚੀਜ਼ ਹੈ। ਉਹ ਮੈਂ ਸਿੱਖਿਆ ਤਾਂ ਉਹਨਾਂ ਕੋਲੋਂ ਜ਼ਰੂਰ, ਪਰ ਘਰ ਮੈਨੂੰ ਕੰਪਿਊਟਰ ਨਹੀਂ ਸੀ ਮਿਲਦਾ, ਤੇ ਮੈਂ ਛੱਡਤਾ ਰਸਤੇ 'ਚ। ਮੈਂ ਕੀ ਕਰਨਾ ਸਿੱਖ ਕੇ, ਜੇ ਮੈਨੂੰ ਯਾਦ ਤਾਂ ਰਹਿਣਾ ਹੀ ਕੁਛ ਨਹੀਂ। ਫਿਰ ਜਦੋਂ ਮੈਨੂੰ ਉਹਨਾਂ ਨੇ ਸਿਖਾਇਆ, ਬਿਮਾਰ ਹੋ ਗਏ ਸੀ, ਫਿਰ ਮੈਨੂੰ ਉਹਨਾਂ ਨੇ ਸਿਖਾਇਆ ਥੋੜਾ ਜਿਹਾ, ਤੇ ਮੈਂ ਬੈਂਕ ਗਈ, ਮੈਂ ਕਿਹਾ ਆਨਲਾਈਨ ਕਰ ਦੇ। ਕਹਿੰਦੀ ਮੈਂ ਪਹਿਲੀ ਇੰਗਲਿਸ਼ ਦੇਖੀ ਹੈ ਜਿਹੜੀ ਆਨਲਾਈਨ ਕਰਦੀ, ਕਹਿੰਦੀ ਮੈਂ ਪਹਿਲੀ ਲਿਖ ਕੇ ਹੈਰਾਨ
ਹੈਰਾਨ ਹੋ ਗਈਆਂ ਮੈਂ ਕਿਹਾ ਇਹਦੇ ਚ ਕਿਹੜੀ ਵੱਡੀ ਗੱਲ ਹੈ ਪਰ ਕਿਸੇ ਨੇ ਨਹੀਂ ਕੀਤਾ ਹਾਂਜੀ ਸੋ ਠੀਕ ਹੈ ਮੇਰੇ ਸੇ ਆਇਆ ਮੈਂ ਕਿਹਾ ਚੱਲ ਮੈਨੂੰ ਬਹੁਤ ਚੰਗਾ ਲੱਗਾ ਉਹਨੇ ਕਿਹਾ ਤੇ ਹਾਂਜੀ ਐਂਡ ਆਨਲਾਈਨ ਬੈਂਕਿੰਗ ਉਹ ਵੀ ਲਾਈਕ ਬਹੁਤ ਸਿੰਪਲ ਆ ਸਪੈਸ਼ਲੀ ਜਦੋਂ ਜਾ ਨਹੀਂ ਹੁੰਦਾ ਜਾਂ ਬਾਹਰ ਹਾਂ, ਨਿਕਲ ਹੁਣ ਕੇ ਤਾਂ ਬੈਂਕ ਸਾਰੇ- ਨਹੀਂ ਜਾਂਦਾ ਆਨਲਾਈਨ ਕਰ ਹੁਣ ਮੇਰੇ Online ਕੋਲੋਂ ਹੀ ਕਈ ਕਰਦੇ ਗੱਲਾਂ ਹੋ ਗਲਤ ਸਾਰੇ। ਹੋ ਜਾਂਦੀਆਂ ਮੈਂ ਆਪਣੀ ਬੇਟੀ ਨੂੰ ਸਾਰਾ ਕੁਝ ਦਿੱਤਾ ਹੈ ਮੇਰੇ ਕੋਲੋਂ ਇਹ ਗਲਤ ਹੋ ਗਈ ਹੈ ਮੇਰਾ ਠੀਕ ਕਰ ਦੇ ਇਹ ਪੇ ਕਰ ਦੇ ਉਹ ਕਰਦੀ ਹੈ ਹੁਣ ਮੈਂ ਕਿਉਂਕਿ ਵਿੱਚੋਂ ਥੱਲਿਓਂ ਉਹ ਕਰਦੀ ਨਹੀਂ ਭੁੱਲ ਜਾਂਦੀ ਆ ਉਹ ਇਹ ਨਹੀਂ ਹੁੰਦਾ ਤੇ ਫਿਰ ਮੈਨੂੰ ਇੰਟਰਸਟ ਲੱਗ ਕੇ ਆ ਜਾਂਦੀ ਮੈਂ ਕਿਹਾ ਕੀ ਹੋ ਗਿਆ ਫਿਰ ਉਹ ਕਰਦੀ ਹੈ ਹੁਣ ਪਰ ਅੱਗੇ ਮੈਂ ਸਾਰਾ ਆਪ करती रही हूँ और मैं भूलने लग गया थोड़ा बहुत तो आंटी जी सीनियर सेंटर में आपके हिसाब से आपके ख्याल में लोग सीखते थे कंप्यूटर लाइक आपके जो नहीं ਉਹ ਜਿਹੜਾ ਸੀਨੀਅਰ ਸੈਂਟਰ ਬਹੁਤਾ ਨਹੀਂ ਹਾਂ। ਪਰ ਇੱਕ ਮੇਰੀ ਫਰੈਂਡ ਨੇ ਇੰਨਾ ਸਿੱਖਿਆ ਉਹਨੇ ਵੀਡੀਓ ਵੀ ਬਰਨ ਕਰਨੀਆਂ ਉਹਨੇ ਹਾਸ਼ੀਏ ਵੀ ਬਣਾਣੇ ਉਹਨੇ ਲੈਟਰ ਸਾਰਾ ਕੁਝ ਉਹਨੇ ਇੱਕ ਇੱਕ ਚੀਜ਼ ਪ੍ਰਿੰਟ ਕਰਕੇ ਰੱਖਿਆ अच्छा ਉਹ ਬਹੁਤ ਜ਼ਿਆਦਾ ਉਹ ਕੰਮ ਹੋਰ ਵੀ ਬੜੇ ਕਰਦੀ ਉਹ ਸਾਰੀ ਕਮਿਊਨਿਟੀ ਲਈ ਕਰਦੀ ਹੈ अच्छा ਉਹਦੇ ਹਸਬੰਡ ਵੀ ਗ੍ਰਾਂਟਾਂ ਵੀ ਲੈ ਕੇ ਦਿੱਤੀਆਂ ਉਹਨਾਂ ਸਾਰਾ ਕੁਝ ਬਹੁਤ ਜ਼ਿਆਦਾ ਕੀਤਾ ਤੇ ਉਹਨੇ ਸਿੱਖਿਆ ਸਾਰਾ ਮੈਨੂੰ ਕਹੇ ਤੂੰ ਵੀ ਸਿੱਖ ਲੈ ਮੈਂ ਮੇਰੇ ਕੋਲ ਸਿੱਖ ਲਾ ਮੈਂ ਜਾ ਕੇ ਕਰਨਾ ਹੀ ਕੁਝ ਨਹੀਂ ਜੇ ਘਰ ਮੈਂ ਯੂਜ਼ ਨਹੀਂ ਕਰਨਾ ਮੈਂ ਕੱਲ ਲਈ ਸਿੱਖਣਾ ਤੂੰ ਕਰ ਲੈ ਬੜਾ ਬਹੁਤ ਕਰਦੀ ਹਰ ਇੱਕ ਦੀ ਵੀਡੀਓ ਸੀਡੀਓ ਬਣਾ ਕੇ DVD ਸਭ ਨੂੰ ਦਿੰਦੀ ਹੈ ਤੇਰੀ ਬਰਥਡੇ ਦੀ ਹੈ ਤੇਰੀ ਪਲਾਨਿੰਗ ਹੈ ਤੇਰੀ ਹੁਣ ਵਿਚਾਰੀ ਨੂੰ ਸਟ੍ਰੋਕ ਹੋ ਗਿਆ मीना जी ਤੇ ਤਦ ਵੀ ਕੋਸ਼ਿਸ਼ ਕਰਦੀ ਹੈ ਕਿ ਮੈਂ ਜਾਵਾਂ ਇੰਜ ਕਰਾਂ ਹੁੰਦਾ ਨਹੀਂ ਹੈ। बहुत इंस्पिरेशन मिलता है आप चारों से बात करके कि कैसे आप इंडिया से यहाँ आकर फिर इतनी चेंजेस इतनी कंप्यूटर अभी हम सिस्टम यूज करें ऑफिस 365 मुझे तो वो डिफिकल्ट लग रही है आपके पास सुन के तो मुझे लगता है आप दोबारा इसके बारे में कभी शिकायत नहीं करेंगे नहीं मैंने इनसे बहुत हाँ ਮਿਲਿਆ ਐਜੂਕੇਸ਼ਨ हाँ ਤੇ ਉਹ ਬਹੁਤ ਹੈਲਪ ਕਰਦੀ ਹੈ ਤੇ ਉਹਨੇ ਸਭ ਤੋਂ ਪਹਿਲਾਂ ਵਰਡ ਮੈਨੂੰ ਸਿਖਾਇਆ ਸੀ ਤੁਰ ਉਹਦੇ ਪੈਰ ਨਹੀਂ ਸੀ ਚੱਲਦੇ ਤੇ ਉਹਨੂੰ ਕਿਸੇ ਨੇ ਕਿਹਾ ਤੁਰਿਆ ਕਰ ਕਹਿੰਦੀ ਤੁਰਾਂ ਕਿੱਥੇ ਪੈਰ ਤੇ ਮੇਰਾ ਥੱਲੇ ਨਹੀਂ ਲੱਗਦਾ ਉਹ ਕਹਿੰਦੀ ਕੁਰਸੀ ਫੜ ਕੇ ਖਲੋ ਜਾ हाँ ਫਿਰ ਹੌਲੀ ਹੌਲੀ ਤੇ ਕੁਰਸੀ ਦੇ ਦੁਬਾਰਾ ਤੁਰ ਤੇ ਮੈਂ ਉਹਦਾ ਲਫ਼ਜ਼ ਕਿਸੇ ਵੇਲੇ ਮੇਰੇ ਕੋਲ ਨਾ ਉੱਠੇ ਜੇ ਮੈਂ ਤੁਰ ਤੁਰ ਹੋਰ ਨਾਲ ਵੀ ਕਹਿੰਦੀ ਆ ਤੁਰ ਕਿਉਂਕਿ ਉਹਦੇ ਵਰਡ ਨੇ ਆਪ ਵੀ ਉਹ ਸਟ੍ਰੋਕ ਹੋਏ ਚ ਦੂਸਰਾ ਸਟ੍ਰੋਕ ਹੈ ਸੱਜਾ ਪਾਸਾ ਨਹੀਂ ਚੱਲਦਾ ਪਰ ਤਾਂ ਵੀ ਕੋਸ਼ਿਸ਼ ਕਰਦੀ ਹੈ ਕਿ ਮੈਂ ਵੱਜ ਜਾਵਾਂ ਹੱਥ ਪਹੁੰਚਦਾ ਨਹੀਂ ਜੇ ਇਹ ਮਿਹਨਤ ਕਰਕੇ ਉਹਨੇ ਕਰ ਲੈਣਾ ਇੰਨੀ ਹੈਗੀ ਆ ਉਹ ਤੇ ਬਹੁਤ ਕਰਦੀ ਇੱਕ ਉਹੀ ਗੱਲ ਹੁੰਦੀ ਜਿਹੜੀ ਆਪਣੇ ਵਿੱਚ ਮੋਟੀਵੇਸ਼ਨ ਇੱਕ ਹੋਪ ਜਿਹੜਾ ਆਪਾਂ ਆਪਣੇ ਆਪ ਨੂੰ ਕਿ ਹਾਂ ਜਿਹੜੀ ਹਿੰਮਤ ਨਹੀਂ ਹਾਰਨੀ ਹੁੰਦੀ ਐਂਡ ਬਹੁਤ ਹੀ ਆਈ ਮੀਨ ਤੁਸੀਂ ਲਾਈਫ ਦੇ ਵਿੱਚ ਬਹੁਤ ਕੁਝ ਐਕਸਪੀਰੀਅੰਸ ਕੀਤਾ ਬਹੁਤ ਵਾਈਜ਼ ਤੁਹਾਡੀ ਐਡਵਾਈਸ ਆ ਕੀ ਕਹਿਣਾ ਚਾਹੋਗੇ ਥੋੜੇ ਮਿੰਟ ਲੈਫਟ ਆ ਸਾਰੇ ਦੇਖਣ ਵਾਲੇ ਨੇ ਸਪੈਸ਼ਲੀ ਜਿਹੜੀ ਯੰਗਰ ਜਨਰੇਸ਼ਨ ਔਰ ਮਿਡਲ ਏਜ ਜਨਰੇਸ਼ਨ ਜ਼ਿੰਦਗੀ ਦੇ ਵਿੱਚ ਅਪਸ ਐਂਡ ਡਾਊਨਸ ਹੁੰਦੇ ਰਹਿੰਦੇ ਆਪਾਂ ਬਹੁਤ ਹੋਇਆ। ਐਕਸਪੀਰੀਅੰਸ ਕਰਦੇ ਪਰ ਸਪੈਸ਼ਲੀ ਤੁਹਾਡੇ ਵੱਲ ਦੇਖ ਕੇ ਆਬਵੀਅਸਲੀ ਸਾਰੀ ਦੀ ਲਾਈਫ ਵਿੱਚ ਹੁੰਦੀ ਪਰ ਇਸ ਤੱਕ ਉਹਨਾਂ ਐਂਡ ਹਿੰਮਤ ਨਹੀਂ ਹਾਰਨੀ ਬਿਕਾਜ਼ ਅੱਜ ਕੱਲ ਦੇਖੇ ਜਾਓ ਕਿ ਹਿੰਮਤ ਡਿਪਰੈਸ਼ਨ ਬਹੁਤ ਜ਼ਿਆਦਾ ਹੋ ਰਹੀ ਆ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਕੀ ਐਡਵਾਈਸ ਦੇਣਾ ਚਾਹੋਗੇ ਹਿੰਮਤ ਜਿਸਲੇ ਖਤਮ ਹੋ ਜਾਂਦੀ ਨਾ ਕਹਿੰਨੀ ਆ ਇੱਕ ਗੱਲ ਜੀਣਾ ਹੀ ਕਿ ਮਰਨਾ ਹੀ ਹਾਂਜੀ ਜਿਹੜੀ ਸੱਚੀ ਗੱਲ ਜੀਣਾ ਹੈ ਕਿ ਮਰਨਾ ਹੀ ਜੇ ਮਰਨਾ ਹੈ ਤੇ ਮਰ ਜਾ ਜੇ ਜੀਣਾ ਤੇ ਖੜੀ ਫਿਰ ਉੱਠ ਕੇ ਫਿਰ ਸਾਰਾ ਕੁਝ ਕਰਨਾ ਪੈਂਦਾ ਫਿਰ ਕਹਿੰਦੀ ਮੈਂ ਨਹੀਂ ਜੇ ਮਰਨਾ ਮੈਂ ਨਹੀਂ ਜੇ ਮਰਨਾ ਜੀ ਸਾਰਾ ਕੁਝ ਕੀਤਾ ਨਿਕਲੇ ਸਾਰਿਆਂ ਦੁੱਖਾਂ ਸੁੱਖਾਂ ਚੋਂ ਹੈ ਕੋਈ ਇਹ ਨਹੀਂ ਕਿ ਘਟ ਰਿਹਾ ਕਿਸੇ ਕੋਲੋਂ ਸਾਰੇ ਹੀ ਮਿਲੇ ਮੈਂ ਕਿਹਾ ਖੁਸ਼ੀ ਵੀ ਮਿਲੀ ਹੈ ਵਿੱਚੇ ਹੀ ਕੱਢਦੇ ਰਹੇ ਆ ਕੋਈ ਇਹ ਨਹੀਂ ਕਿ ਨਿਰਾ ਦੁੱਖ ਹੋਵੇ ਤੇ ਫਿਰ ਤੇ ਬੰਦਾ ਜੀ ਨਹੀਂ ਸਕਦਾ ਉਹ ਨਾਲ ਤੇ ਨਾਲ ਦੁੱਖ ਇਕੱਠੇ ਹੀ ਰਹੇ ਨੇ ਤੇ ਹੁਣ ਇਸ ਵੇਲੇ ਮੈਂ ਕਿਹਾ ਮੈਂ ਕੀ ਕਰਨਾ ਹੁਣ ਤੇ ਲੋਕੀ ਕਹਿੰਦੇ ਰਾਮ ਨਾਮ ਸਾਡੇ ਕੋਲ ਤਾਂ ਤਾਸ਼ੇ ਪੱਤੇ ਚੱਲਦੇ ਉਹ ਕੰਪਿਊਟਰ ਤੇ ਲਾ ਲਈਦਾ ਸਵੇਰੇ ਉੱਠ ਕੇ ਪਾਠ ਸਾਰੇ ਲਾਈਦੇ ਨੇ ਸੁਖਮਨੀ ਸਾਹਿਬ ਸਾਰੀ ਦਿਹਾੜੀ ਪਾਠ ਚੱਲੇ ਆਪ ਜਿੱਧਰ ਮਰਜੀ ਫਿਰ ਗਏ ਜੋ ਮਰਜੀ ਕਰੀਏ ਸਾਡਾ ਤੇ ਇਹੀ ਕੰਮ ਹੈ ਪਰ ਖੈਰ ਜ਼ਿੰਦਗੀ ਸੋਹਣੀ ਲੰਘ ਰਹੀ ਹੈ ਕੋਈ ਹੁਣ ਜੋ ਦੁੱਖ ਸਾਰੇ ਭੁੱਲ ਗਏ ਮੈਂ ਕਿਹਾ ਜਾਣ ਲੱਗਿਆ ਫੋਰਗੇਟ ਇਟ ਐਵਰੀਥਿੰਗ ਜਸਟ ਪਰ ਫਿਰ ਵੀ ਆ ਜਾਂਦਾ ਕਿਸੇ ਵੇਲੇ ਕਹਿੰਦੀ ਕੀ ਕਰਨ ਲੱਗੀ ਆ ਕਿੱਥੇ ਚੱਲੀ ਆ ਵਾਪਸ ਚੱਕ ਕੇ Whenever I'm doing something, I always have part kirtan going on in the background. So, apni mind nu busy rakhna is a big thing, and apne hands nu busy rakhna is another thing. Yeah. So when those two things go together, it helps you get through. ਕੋਈ ਕੰਮ ਵੀ ਫਿਰ ਅਸਫਲ ਨਹੀਂ ਹੁੰਦਾ ਜੇ ਤੁਸੀਂ ਪਰਮਾਤਮਾ ਨਾਲ ਲਗਨ ਰੱਖੋ ਤੇ ਸੱਚੇ ਸੁੱਚੇ ਦਿਲ ਦੇ ਨਾਲ ਆਪਣਾ ਕੰਮ ਕਰੀ ਜਾਓ ਉਹ ਕੰਮ ਕਦੀ ਵੀ ਫੇਲ ਨਹੀਂ ਹੁੰਦਾ ਤੁਸੀਂ ਸਫਲ ਹੋ ਜਾਣਾ ਤਾਕਤ ਮਿਲਦੀ ਹੈ
ਜਿਸਮਾਨੀ ਤਾਕਤ ਵੀ ਹੁੰਦੀ ਹੈ, ਮਨ ਵੀ ਤੁਹਾਡਾ ਸਟਰੋਂਗ ਹੁੰਦਾ, ਔਰ ਕੋਈ ਵੀ ਚੀਜ਼ ਹਮੇਸ਼ਾ ਸਥਿਰ ਨਹੀਂ ਰਹਿੰਦੀ। ਜਿੱਦਾਂ ਦਿਨ ਤੋਂ ਬਾਅਦ ਰਾਤ, ਰਾਤ ਤੋਂ ਬਾਅਦ ਦਿਨ ਆਉਂਦਾ, ਇਸ ਤਰ੍ਹਾਂ ਖੁਸ਼ੀ ਤੋਂ ਬਾਅਦ ਗਮੀ ਹੈ। ਇਹ ਦੋ ਚੀਜ਼ਾਂ ਰੱਬ ਨੇ ਬਣਾਈਆਂ। ਹਾਂਜੀ ਤਾਂ ਇਸ ਲਈ ਜੇ ਅਸੀਂ ਕੋਈ ਸਾਡੇ ਤੇ ਮੁਸੀਬਤ ਆ ਗਈ ਜਾਂ ਦੁੱਖ ਹੈ, ਅਸੀਂ ਉਹਨੂੰ ਲੈ ਕੇ ਬੈਠੇ ਨਹੀਂ ਰਹਿਣਾ। ਇਹੀ ਸੋਚਣਾ ਵੀ ਜੇ ਅੱਜ ਦੁੱਖ ਹੈ ਤਾਂ ਇਹਨੇ ਵੀ ਰਹਿਣਾ ਨਹੀਂ, ਸੁੱਖ ਆਉਣਾ ਹੀ ਆ, ਕਿਉਂਕਿ ਹਰ ਚੀਜ਼ ਤੋਂ ਬਾਅਦ ਉਲਟ ਚੀਜ਼ ਹੁੰਦੀ ਹੈ। ਸੋ ਉਹ ਜੇ ਇਹ ਮਨ 'ਚ ਤੁਸੀਂ ਧਾਰ ਲਓ, ਫਿਰ ਕਦੀ ਵੀ ਆਦਮੀ ਡਿੱਗਦਾ ਨਹੀਂ, ਫਿਰ ਉਹਨੂੰ ਤਾਕਤ ਮਿਲਦੀ ਹੈ ਤੇ ਉਹ ਪਰਮਾਤਮਾ ਦਾ ਵੀ ਸਾਥ ਮਿਲਦਾ ਹੈ, ਹਿੰਮਤ ਮਿਲਦੀ ਹੈ, ਤੇ ਫਿਰ ਆਦਮੀ ਤੁਰਿਆ ਜਾਂਦਾ। ਤੇ ਜੇ ਤੁਸੀਂ ਕਹੋ ਵੀ ਹਾਏ ਜੀ ਮਰ ਗਿਆ, ਲੁੱਟ ਗਿਆ, ਹੁਣ ਤਾਂ ਮੈਂ ਕੁਝ ਕਰ ਹੀ ਨਹੀਂ ਸਕਦਾ, ਫਿਰ ਤਾਂ ਜੇ ਕੱਲ ਨੂੰ ਮਰਨਾ ਤੇ ਅੱਜ ਹੀ ਮਰਨ ਨੂੰ ਤਿਆਰ ਹੋ ਜਾਂਦਾ ਬੰਦਾ। ਆਉਣੀ ਤਾਂ ਉਦੋਂ ਹੀ ਆ ਹਾਂਜੀ ਜਦੋਂ ਉਹਨੇ ਲਿਖੀ ਹੋਈ ਹੈ। ਸੋ ਕਿਉਂ ਨਾ ਚੰਗੀ ਤਰ੍ਹਾਂ ਜੀ ਕੇ ਮੌਤ ਨੂੰ ਉਡੀਕੀਏ। ਬਹੁਤ ਵਧੀਆ ਤੁਸੀਂ ਬੋਲੇ ਐਂਡ ਆਉਣੀ ਤਾਂ ਹੈ। ਬਹੁਤ ਹੀ ਥੈਂਕਫੁਲ ਆ ਕਿ ਤੁਸੀਂ ਆਏ ਸਟੂਡੀਓ ਵਿੱਚ ਐਂਡ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੇ ਵੀ ਦੋਸਤ ਸੋਇੰਗ ਆਰਮੀ ਹੈਗੇ ਆ, ਆਰਮੀ ਸਾਡੇ ਵੀ ਫਰੈਂਡ ਅਸੀਂ ਕਹਿ ਸਕਦੇ ਹਾਂ ਤੁਸੀਂ ਬਣ ਪਰ ਗਏ। ਇੱਕ ਦੂਜੇ ਕੋਲੋਂ ਅਸੀਂ ਕਈ ਕੁਝ ਸਿੱਖਣੇ, ਹਾਂਜੀ ਉਹਦੇ ਸਿੱਖਣ ਨਾਲ ਫਿਰ ਅੱਗੋਂ ਬੱਚੇ ਵੇਖਦੇ ਆ, ਥੋੜਾ ਬਹੁਤਾ ਉਹਨਾਂ ਦੇ ਵੀ ਇੰਪ੍ਰੈਸ਼ਨ ਪੈਂਦਾ ਹੀ ਹੈ। ਹਾਂਜੀ ਬਿਲਕੁਲ। ਕਈ ਗੱਲਾਂ ਪਰ ਗੱਲ ਬੈਠ ਕੇ ਆਮੋ ਸਾਹਮਣੇ ਕਿਹਾ ਉਹ ਤੇ ਦਿਮਾਗ ਨਹੀਂ ਚੱਲਦਾ ਕੀ ਕਹਿਣਾ ਕਿਸ ਤਰ੍ਹਾਂ ਕਰਨਾ। ਜਿਹੜੀ ਸਿੱਧੀ ਗੱਲ ਉਸਲੇ ਭੁੱਲ ਜਾਈਦੀ ਇਹ ਗੱਲ ਹੈ ਤੇ ਕਹਿ ਲੈਂਦੀ ਆਇਆ ਮੈਂ ਇਹਨੂੰ ਦੱਸਿਆ ਹੀ ਨਹੀਂ ਹੈ। ਹਾਂਜੀ ਲੰਘ ਗਈ ਜ਼ਿੰਦਗੀ, So ਸੌਖੀ thank ਲੰਘ ਗਈ, ਸੁਖੀ ਲੰਘ ਗਈ, ਹੁਣ ਉਦੋਂ ਨਾਲੋਂ ਵੀ ਸੁਖੀ ਹਾਂ। ਫਿਰ ਆਰਾਮ ਨਾਲ ਬੈਠੇ, ਜਿਸਲੇ ਦਿਲ ਕਰੇਗਾ ਆ ਜਾਏਗਾ, ਕੋਈ ਲੈ ਜਾਏਗਾ ਕੰਮ ਬਹੁਤ ਹੀ ਵਧੀਆ ਲੱਗਾ ਐਂਡ ਅਸੀਂ ਫਿਰ ਤੁਹਾਨੂੰ ਅਗਲੇ ਸਾਲ ਦੇ ਵਿੱਚ ਵੀ ਤੁਹਾਡੀ ਅਪਡੇਟ ਲਵਾਂਗੇ ਕੀ ਕਰਦੇ ਤੁਸੀਂ। ਸੋ ਥੈਂਕ ਯੂ ਓਨਲੀ ਮਾਈਂਡ ਸੈਂਸ ਐਂਡ ਆਲ ਦ ਬੈਸਟ ਫॉर द ਨਿਊ ਈਅਰ। ਥੈਂਕ ਯੂ ਵੈਰੀ ਥੈਂਕ ਸੋ Thanks, ਮਚ। Rita. ਜਦੋਂ ਇਦਾਂ ਦੇ ਬੱਚੇ ਨਾਲ ਹੋਣਗੇ ਨਾ, ਇਹ ਤਾਂ ਮਨਿੰਦਰ ਵੀ ਇਹਨਾਂ ਨੇ ਬੜੀ ਹੈਲਪ ਕੀਤੀ ਹੈ ਨਾਲ, ਉਹ ਵੀ ਕੱਪੜਾ ਲਿਆ ਕੇ ਤੇਰਾ ਦਿੰਦੀ ਰਹੀ ਹੈ। ਮੇਰੀ ਬੇਟੀ ਨੇ ਮਨਿੰਦਰ ਬੇਟੀ ਆ, ਉਹਨੇ ਤੇ ਉਹਦੀ ਡਾਟਰ ਨੇ ਉਹਨਾਂ ਨੇ ਕਾਫੀ ਹੈਲਪ ਕੀਤੀ ਹੈ। ਹਾਂਜੀ ਪੈਸਿਆਂ ਦੀ ਵੀ, ਮੇਰੀ ਗ੍ਰੈਂਡ ਡਾਟਰ ਨੇ ਟੋਰਾਂਟੋ ਤੋਂ ਵੀ ਪੈਸੇ ਕਾਫੀ ਭੇਜੇ, ਉਹਦੇ ਨਾਂ ਲਿਖਿਆ ਹੋਇਆ ਉਹਦਾ ਵੀ। ਹਾਂਜੀ nice to hear. ਬਸ ਏਦਾਂ ਹੀ ਆ, ਇਕੱਠੇ ਹੋ ਕੇ ਹੀ ਗੱਡੀ ਚੱਲਦੀ ਹੈ। ਹਾਂਜੀ ਕੱਲਾ ਤੇ ਕੋਈ ਕੁਝ ਨਹੀਂ ਕਰ ਇਹ ਸਕਦਾ। ਸਾਰਿਆਂ ਦੀ ਇੱਕ ਦੂਜੇ ਦੀ ਹੈਲਪ। ਚਲ ਚੰਗਾ, ਥੈਂਕ so ਯੂ। much. ਓਕੇ ਜੀ, ਥੈਂਕ ਯੂ ਵੈਰੀ ਮਚ।